सारे किसान वीरां नूं बेनती है भी बैठ जाओ, क्योंकि अपने सूबे के आगू जसविंदर सिंह लौंगोवाल ने तुहानूं संबोधन करना है। चौक च खड़े साडे सारे किसान भरा, मामा भैणां, नौजवान वीर, आपां चौक दे विच अर्थी सारण आए आ ते अर्थी सारण वास्ते आपां नौजवान 10-15 मिनट लगने हैं। जिन्ने भी साडे किसान भरा, साडियां मामा भैणां खड़ियां ने, बैठे आपां दस्सना है हरियाणा की सरकार नूं, खट्टर नूं, जिहने कल लाठी चार्ज कराया पुलिस ते। सारे मेरे भरा जिथे जिथे जगह मिलदी है बकायदा स्टेज में बैठ जाओ भरावो, खड़के कोई गल नहीं अपनी बानी। आपां जात वाली जथेबंदी है, बगैर जात तो कोई काम नहीं करते। सारे भरा वलंटियर वीर पहला पठान, फिर अपने सूबे के आगू बोलणगे। सारा चौक है जरा इनू बैठ जाओ, खुला खुला कच्छ बहुत है। जे तुसीं बैठदे नहीं, अपनी गल नहीं पूरी जांदे, जिवें आपां मीडिया ते जानी चाहुंदे आ, जिवें आपां दसना चाहुंदे आ हरियाणा सरकार नूं। इस करके सारे भरा बैठो, सारियां भैणां जिवें बैठियां ने, सारे वीर बैठ जाओ। सरकार मुर्दाबाद, सड़कां ते कुट्टियां मावां भैणां, सड़कां ते कुट्टियां मावां भैणां, केंद्र दी भाजपा हुकूमत मुर्दाबाद, केंद्र दी लटेरी सरकार मुर्दाबाद। सरकारां तो ना करो, अपनी राखी दी करो तैयारी। भारत का बसेरा राज प्रबंध मुर्दाबाद, कल्पो जान जरके लोग, कल्पो जान जरके लोग। जब तक दुखी किसान रहेगा, जब तक दुखी किसान रहेगा, केंद्र की भाजपा हुकूमत मुर्दाबाद, कारपोरेट घराणिਆਂ ਦੀ रखवाल मोदी जुंडली मुर्दाबाद, खेती सैक्टर ਨੂੰ कारपोरेट घराणਿਆਂ ਦੇ हवाले करने वाली मोदी सरकार मुर्दाबाद। सरकारां तो ना चेक करो, भारत के किसानों का एक जिंदाबाद, कल्ले कल्ले मार ना खाओ, कल्ले कल्ले मार ना खाओ। पर ਤੁਹਾਡੇ ਨਾਲ कुल घटनाक्रम ਜਿਹੜਾ ਕੱਲ ਵਾਪਰਿਆ ਹਿਸਾਰ ਜ਼ਿਲ੍ਹੇ ਦੇ ਵਿੱਚ, ਉਹਦੇ ਸੰਬੰਧ ਚ ਪੂਰੀ ਸੂਰੀ ਜਾਣਕਾਰੀ ਆਪਣੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਉਹ ਤੁਹਾਡੇ ਨਾਲ ਸਾਂਝੀ ਕਰਨਗੇ। ਸਾਰੇ ਕਿਸਾਨ ਭਰਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ ਬੇਨਤੀ ਹੈ ਵੀ ਸਿਰਫ 5-7 ਮਿੰਟ, ਅਖੀਰ 10 ਮਿੰਟ ਚੁੱਪ ਦਾ ਦਾਨ ਬਖਸ਼ੋ, ਤਾਂ ਕਿ ਤੁਹਾਨੂੰ ਸਾਰੀ ਗੱਲ ਜਿਹੜੀ ਪੱਲੇ ਪੈ ਜੇ, ਸਮਝ ਪੈ ਜੇ। ਇਸ ਕਰਕੇ ਸਾਰੇ ਧਿਆਨ ਨਾਲ ਸੁਣਨ। ਆਓ ਜੀ ਜਸਵਿੰਦਰ ਸਿੰਘ। ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹਰਿਆਣੇ ਦੀ ਖੱਟਰ ਸਰਕਾਰ ਦੇ ਵਿਰੁੱਧ ਅੱਜ ਜਿਹੜਾ ਇਹ ਆਰਥੀ ਫੂਕ ਮੁਜ਼ਾਹਰਾ ਕਰਨ ਆਏ ਆਪਾਂ, ਦੋ ਆਰਥੀਆਂ ਨੂੰ ਲੈ ਕੇ। ਇੱਕ ਆਰਥੀ ਸੈਂਟਰ ਦੀ ਸਰਕਾਰ ਦੀ, ਨਰਿੰਦਰ ਮੋਦੀ ਦੀ ਹੈ, ਦੂਜੀ ਆਰਥੀ ਜਿਹੜੀ ਹਰਿਆਣੇ ਦੀ ਸਰਕਾਰ ਦੀ ਹੈ, ਖੱਟਰ ਦੀ। ਇਹ ਦੋਨੋਂ ਆਰਥੀਆਂ ਆਪਾਂ ਨੂੰ ਇਸ ਚੌਂਕ ਦੇ ਵਿੱਚ ਲਿਆ ਕੇ ਕਿਉਂ ਸਾੜਨੀਆਂ ਪਈਆਂ, ਇਸ ਗੱਲ ਬਾਰੇ ਤੁਸੀਂ ਸਾਰੇ ਭਲੀ ਭਾਂਤ ਜਾਣੋ ਕਿ ਕੱਲ ਜੋ ਖੱਟਰ ਦੀ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹਿਸਾਰ ਜ਼ਿਲ੍ਹੇ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ। ਉਹ ਜਿਹੜਾ ਪ੍ਰੋਗਰਾਮ ਸੀ
ਉਹ ਕਹਿੰਦੇ ਕੋਵਿਡ-19 ਦੀ ਜਿਹੜੀ ਲਹਿਰ ਚੱਲ ਰਹੀ ਹੈ, ਇਸ ਬਿਮਾਰੀ ਦੇ ਬਚਾਅ ਵਾਸਤੇ ਇੱਕ 500 ਬੈੱਡਾਂ ਦਾ ਹਸਪਤਾਲ ਜਿਹੜਾ ਆਰਜੀ ਤੌਰ ਤੇ ਤਿਆਰ ਕੀਤਾ ਗਿਆ ਸੀ, ਉਸ ਦਾ ਉਦਘਾਟਨ ਕਰਨ ਲਈ ਹਰਿਆਣੇ ਦਾ ਜਿਹੜਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਇਆ। ਪਹਿਲੀ ਗੱਲ ਦੇਖਦੇ ਆ ਕਿ ਹਾਲਾਤ ਕਿਹੋ ਜਿਹੇ ਬਣੇ ਹੋਏ ਨੇ, ਕਿਹੜੇ ਸਮਿਆਂ 'ਚ ਹਰਿਆਣੇ ਦਾ ਮੁੱਖ ਮੰਤਰੀ ਇਹੋ ਜਿਹੇ ਇੱਕ ਆਰਜੀ ਤੌਰ ਤੇ ਬਣਾਏ ਹੋਏ ਹਸਪਤਾਲਾਂ ਦੇ ਉਦਘਾਟਨ ਕਰਨ ਲਈ ਪਹੁੰਚ ਰਿਹਾ ਹੈ। ਤਾਂ ਇਹ ਗੱਲਾਂ ਇਸ਼ਾਰੇ ਕੀ ਕਰਦੀਆਂ ਨੇ ਕਿ ਇੱਕ ਪੂਰੀ ਵਿਉਂਤ ਨਾਲ ਯੋਜਨਾ ਨਾਲ ਬਣਾਈ ਹੋਈ ਪੂਰੀ ਕਹਾਣੀ ਸੀ ਜਿਹੜੀ ਖੱਟਰ ਸਰਕਾਰ ਨੇ ਕੱਲ ਬਣਾਈ, ਤੇ ਉਹ ਕਹਾਣੀ ਇਸ ਗੱਲ ਦੇ ਜਾਣਦੇ ਹੁੰਦੇ ਹੋਏ ਵੀ ਬਣਾਈ ਗਈ ਕਿ ਦੂਜੇ ਪਾਸੇ ਦੇਸ਼ ਦੇ ਕਿਸਾਨ ਨੇ ਜਿਹੜੇ ਉਹ ਕੇਂਦਰ ਸਰਕਾਰ ਦੇ ਵਿਰੁੱਧ ਕਾਲੇ ਕਾਨੂੰਨਾਂ ਦੇ ਖਿਲਾਫ ਲੰਬੇ ਸਮੇਂ ਤੋਂ 6 ਮਹੀਨਿਆਂ ਤੋਂ ਉੱਪਰ ਦਾ ਸਮਾਂ ਵੱਧ ਹੋ ਚੁੱਕਿਆ ਹੈ, ਉਹ ਸੰਘਰਸ਼ ਦੇ ਮੈਦਾਨ ਦੇ ਵਿੱਚ ਨੇ। ਤਾਂ ਬਕਾਇਦਾ ਤੌਰ ਤੇ ਸੰਯੁਕਤ ਮੋਰਚੇ ਵੱਲੋਂ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਵੱਲੋਂ ਐਲਾਨ ਕੀਤਾ ਹੋਇਆ ਪੂਰੇ ਦੇਸ਼ ਦੇ ਵਿੱਚ ਕਿ ਪੂਰੀ ਦੇਸ਼ ਦੀ ਜਨਤਾ ਨਿਗਾਹ ਰੱਖੇ, ਜਿਹੜੀ ਕੇਂਦਰ ਦੀ ਹਕੂਮਤ ਨੇ ਇਹ ਕਾਲੇ ਕਾਨੂੰਨ ਬਣਾਏ ਨੇ ਤਾਂ ਇਹਨਾਂ ਦੀ ਪਾਰਟੀ ਦੇ ਲੀਡਰਾਂ ਦਾ, ਇਹਨਾਂ ਦੀਆਂ ਜਿਹੜੀਆਂ ਰਾਜਾਂ ਦੇ ਵਿੱਚ ਸਰਕਾਰਾਂ ਨੇ ਜਾਂ ਸੈਂਟਰ ਦੀਆਂ ਸਰਕਾਰ ਹੈ, ਉਹਨਾਂ ਦੇ ਸਾਰੇ ਉਹਨਾਂ ਲੀਡਰਾਂ ਦਾ ਹਰ ਰੋਜ਼ ਉਹਨਾਂ ਦੇ ਬਾਰਾਂ 'ਚ ਜਾ ਕੇ ਵੀ ਵਿਰੋਧ ਕਰਨਾ ਹੈ, ਤੇ ਜਿੱਥੇ ਵੀ ਕੋਈ ਪ੍ਰੋਗਰਾਮ ਕਰਨਗੇ ਉਹਨਾਂ ਨੂੰ ਵਿਰੋਧ ਕਰਕੇ ਵਾਪਸ ਮੋੜਨਾ ਹੈ। ਉਹ ਦਿੱਤੇ ਸੱਦੇ ਦਾ ਕਹਿਣ ਦਾ ਭਾਵ ਕਿ ਖੱਟਰ ਨੂੰ ਵੀ ਪਤਾ ਸੀ ਕਿ ਐਲਾਨ ਸੰਯੁਕਤ ਮੋਰਚੇ ਦਾ ਕੀਤਾ ਹੋਇਆ ਹੈ, ਪਰ ਇਹ ਐਲਾਨ ਤੋਂ ਬਾਅਦ ਜੇ ਖੱਟਰ ਸਰਕਾਰ ਫੈਸਲਾ ਕਰਕੇ ਕੱਲ ਹਿਸਾਰ ਜ਼ਿਲ੍ਹੇ ਦੇ ਵਿੱਚ ਆਉਂਦੀ ਹੈ ਤਾਂ ਉੱਥੇ ਹਜ਼ਾਰਾਂ ਲੋਕਾਂ ਦਾ ਇਕੱਠ ਹੁੰਦਾ ਹੈ ਉਦਘਾਟਨ ਵਾਲੇ ਉਹ ਸਮਾਰੋਹ ਦੇ ਵਿੱਚ। ਤਾਂ ਪਹਿਲੀ ਗੱਲ ਉਹ ਕਰੋਨਾ ਦੇ ਵਾਸਤੇ ਜਿਹੜੀਆਂ ਸਰਕਾਰਾਂ ਦੇ ਨਿਯਮ ਬਣਾਏ ਨੇ ਉਹਨਾਂ ਨਿਯਮਾਂ ਨੂੰ ਖੱਟਰ ਸਰਕਾਰ ਨੇ ਤੋੜਿਆ। ਉਹ ਤੋੜਨ ਦੇ ਪਿੱਛੇ ਕਿਹੜੀਆਂ ਗੱਲਾਂ ਕੰਮ ਕਰਦੀਆਂ ਨੇ ਖੱਟਰ ਸਰਕਾਰ ਕੇਂਦਰ ਦੇ ਇਸ਼ਾਰੇ ਦੇ ਉੱਤੇ ਇਸ ਗੱਲ ਦੇ ਉੱਤੇ ਉਤਰੀ ਕਿ ਸ਼ਾਇਦ ਹੁਣ ਕਰੋਨਾ ਦਾ ਜ਼ੋਰ ਹੈ ਜਿਹੜਾ ਇਸ ਬਿਮਾਰੀ ਦਾ ਪੂਰੇ ਦੁਨੀਆ ਦੇ ਉੱਤੇ ਵਧਿਆ ਹੋਇਆ ਹੈ, ਜਿਸ ਤੋਂ ਵੱਧ ਪ੍ਰਭਾਵਿਤ ਸਾਡਾ ਭਾਰਤ ਹੈ। ਤਾਂ ਇਸ ਭਾਰਤ ਦੇ ਵਿੱਚ ਆ ਜਿਹੜਾ ਕਿਸਾਨਾਂ ਦਾ ਮੋਰਚਾ ਹੈ ਉਹ ਪੂਰਾ ਮਜ਼ਬੂਤ ਦਿਖਾਈ ਦਿੰਦਾ ਹੈ ਕਰੋਨਾ ਦੇ ਦਿਨਾਂ ਦੇ ਅੰਦਰ। ਜੇ ਆਪਾਂ ਨੂੰ ਟੋਕ ਕੇ ਦੇਖਣਾ ਚਾਹੀਦਾ ਹੈ ਤਾਂ ਹਰਿਆਣੇ ਦੀ ਸਰਕਾਰ ਦੇ ਰਾਹੀਂ ਕੇਂਦਰ ਦੇ ਇਸ਼ਾਰੇ ਦੇ ਉੱਤੇ ਇਹ ਕੱਲ ਆਪਾਂ ਨੂੰ ਟੋਕ ਕੇ ਦੇਖਿਆ ਕਿ ਲੋਕਾਂ ਦੇ ਅੰਦਰ ਹੁਣ ਕਰੋਨਾ ਦਾ ਡਰ ਕਿਤੇ ਭਾਰੀ ਤਾਂ ਨਹੀਂ ਪੈ ਗਿਆ। ਜੇ ਭਾਰੀ ਪੈ ਗਿਆ ਫਿਰ ਆਪਣਾ ਵਿਰੋਧ ਕਰਨ ਨਹੀਂ ਆਉਂਦੇ, ਪਰ ਤੁਸੀਂ ਨੇ ਉਹ ਕਰੋਨਾ ਬਿਮਾਰੀ ਦੇ ਨਾਲ ਲੜਨ ਦਾ ਤੇ ਖੱਟਰ ਸਰਕਾਰ ਨਾਲ ਸੈਂਟਰ ਸਰਕਾਰ ਨਾਲ ਇਹਨਾਂ ਦੇ ਹੋਰ ਲੀਡਰਾਂ ਨਾਲ ਲੜਨ ਦਾ ਪਲਾਨ ਬਣਾਇਆ ਹੋਇਆ, ਐਲਾਨ ਕੀਤਾ ਹੋਇਆ। ਤੇ ਜਦੋਂ ਖੱਟਰ ਸਰਕਾਰ ਉੱਥੇ ਕੱਲ ਆਪ ਉਹਨਾਂ ਦਾ ਮੁੱਖ ਮੰਤਰੀ ਹੈਲੀਕਾਪਟਰ ਦੇ ਰਾਹੀਂ ਉੱਥੇ ਉਤਰ ਕੇ ਪਹੁੰਚਦਾ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਪੋ ਆਪਣੇ ਘਰਾਂ ਚੋਂ ਕੰਮ ਛੱਡ ਕੇ ਜਥੇਬੰਦੀਆਂ ਉਧਰ ਨੂੰ ਤੁਰਦੀਆਂ ਨੇ ਤਾਂ ਨਾਕੇ ਲੱਗਦੇ ਨੇ, ਲੋਕ ਵਿਰੋਧ ਕਰਦੇ ਨੇ ਕਿ ਆ ਜਿਹੜਾ ਕਰੋਨਾ ਦੇ ਦਿਨਾਂ ਦੇ ਵਿੱਚ ਖੱਟਰ ਸਰਕਾਰ ਕਰ ਰਹੀ ਹੈ ਇਹ ਠੀਕ ਨਹੀਂ। ਜੇ ਸਰਕਾਰ ਇਹ ਜੇ ਪ੍ਰੋਗਰਾਮ ਕਰੂਗੀ ਤਾਂ ਅਸੀਂ ਇਹਨੂੰ ਇੱਥੇ ਨਹੀਂ ਕਰਨ ਦਿੰਦੇ। ਤਾਂ ਜਦੋਂ ਲੋਕ ਝੰਡੇ ਲੈ ਕੇ ਵਿਰੋਧ ਕਰਦੇ ਆ ਤਾਂ ਸਰਕਾਰ ਆਪਣੀ ਤਾਕਤ ਦਾ ਬਲ ਹਕੂਮਤ ਦਾ ਨਸ਼ਾ ਦਿਖਾਉਣ ਦੇ ਵਿੱਚ ਆਉਂਦੀ ਹੈ। ਸਾਡੇ ਉਹਨਾਂ ਸ਼ਾਂਤਮਈ ਵਿਰੋਧ ਕਰਦੇ ਕਿਸਾਨਾਂ ਦੇ ਉੱਤੇ, ਸਾਡੀਆਂ ਭੈਣਾਂ ਦੇ ਉੱਤੇ ਜਿਸ ਤਰ੍ਹਾਂ ਇਹਨਾਂ ਨੇ ਡਾਂਗਾਂ ਦੇ ਨਾਲ, ਗੋਲੀਆਂ ਦੇ ਨਾਲ, ਪਲਾਸਟਿਕ ਦੀਆਂ ਦੇ ਨਾਲ, ਅਥਰੂ ਗੈਸ ਦੇ ਗੋਲਿਆਂ ਦੇ ਨਾਲ ਅਟੈਕ ਕੀਤਾ। ਵੱਡੀ ਪੱਧਰ ਤੇ ਸਾਡੇ ਭਰਾ, ਸਾਡੀਆਂ ਭੈਣਾਂ ਜ਼ਖਮੀ ਹੋਈਆਂ ਤਾਂ ਉਹ ਸਾਡੀ ਗਿਣਤੀ ਦਾ ਜਦੋਂ ਗੁੱਸਾ ਇੰਨਾ ਵਧਿਆ, ਕਿਹੜੇ ਗੁੱਸੇ ਦਾ ਪਤਾ, ਇਹ ਘਟਨਾ ਦਾ ਪਤਾ ਪੂਰੇ ਦੇਸ਼ 'ਚ ਲੱਗਿਆ
ਤਾਂ ਇੱਕ ਗੁੱਸੇ ਦੀ ਲਹਿਰ ਪੂਰੇ ਭਾਰਤ ਦੇ ਵਿੱਚ ਦੌੜੀ ਤੇ ਪੂਰੀ ਦੁਨੀਆ ਨੇ ਤੋਏ ਕੀਤਾ। ਤਾਂ ਉਸ ਗੁੱਸੇ ਚ ਆਏ ਲੋਕਾਂ ਨੇ ਹਿਸਾਰ ਦੇ ਵਿੱਚ ਜਦੋਂ ਜਾ ਕੇ ਆਈ ਜੀ ਦਾ ਦਰਵਾਜ਼ਾ ਘੇਰ ਲਿਆ, ਕਿਉਂਕਿ ਜਿੱਥੇ ਸਾਡੇ ਕਿਸਾਨ ਜ਼ਖਮੀ ਕਰਤੇ ਨਾਲ ਦੀ ਨਾਲ 200 ਬੰਦਾ ਗ੍ਰਿਫਤਾਰ ਵੀ ਕਰ ਲਿਆ। ਉਹ ਗ੍ਰਿਫਤਾਰ ਕਿਸਾਨਾਂ ਨੂੰ ਛਡਾਉਣ ਵਾਸਤੇ, ਸਰਕਾਰ ਦੇ ਦਾਅ ਬਣਾਉਣ ਵਾਸਤੇ ਲਲਕਰਾਂ ਮਾਰ ਕੇ ਜਦੋਂ ਲੋਕ ਨਿਕਲੇ ਤਾਂ ਮੋਦੀ ਸਰਕਾਰ ਦਾ ਤੇ ਉਸ ਖੱਟਰ ਸਰਕਾਰ ਦਾ ਉਹ ਭਰਮ ਤੋੜਤਾ ਕਿ ਕਰੋਨਾ ਦੇ ਦਿਨਾਂ 'ਚ ਹੁਣ ਸੌਖਾ ਇਹਨਾਂ ਨੂੰ ਬਾਰਡਰਾਂ ਤੋਂ ਉਠਾ ਲਾਂਗੇ। ਉਹ ਭੁਲੇਖਾ ਤੁਸੀਂ ਕੱਲ ਹਰਿਆਣੇ ਵਾਲਿਆਂ ਨੇ ਕਰਤਾ। ਵਧਾਈ ਦੇ ਪਾਤਰੋ, ਤਾਂ ਇਹਨਾਂ ਦੀ ਸਪੋਰਟ ਦੇ ਉੱਤੇ ਵੱਖ-ਵੱਖ ਥਾਵਾਂ ਤੇ ਬੈਠੇ ਮੋਰਚਿਆਂ 'ਚ ਸਾਡੇ ਆਗੂਆਂ ਨੇ ਇਹ ਜ਼ੋਰ ਦੇ ਕੇ ਕਿਹਾ ਕਿ ਖਬਰਦਾਰ ਹੋ ਜਾ ਮੋਦੀ ਸਰਕਾਰ, ਖਬਰਦਾਰ ਹੋ ਜਾ ਖੱਟਰ ਸਰਕਾਰ। ਇਸ ਤਰ੍ਹਾਂ ਤੇਰੇ ਜ਼ਬਰ ਤੋਂ ਡਰ ਕੇ ਅਸੀਂ ਅੰਦਰ ਵੜਨ ਵਾਲੇ ਨਹੀਂ। ਅਸੀਂ ਨੇ ਜੋ ਕਹਿਤਾ ਉਹਨੂੰ ਪੂਰਾ ਪਗਾਵਾਂਗੇ, ਭਾਵੇਂ ਸਾਡੇ ਸਿਰਕ ਦੀ ਜਿੰਨੀ ਮਰਜ਼ੀ ਪਰ ਕਰ ਲਓ। ਇਸ ਕੱਲ ਦੇ ਐਜੀਟੇਸ਼ਨ ਦੇ ਵਿੱਚੋਂ ਤੁਸੀਂ ਕਾਮਯਾਬ ਹੋ ਕੇ ਨਿਕਲਿਓ। ਸਾਡਾ ਕੋਲ ਇੱਕ ਹੋਰ ਜਿੱਤ ਵਾਲੀ ਦਿਸ਼ਾ ਵੱਲ ਵਧਿਆ ਤੇ ਖੱਟਰ ਸਰਕਾਰ ਨੂੰ, ਸੈਂਟਰ ਦੀ ਸਰਕਾਰ ਨੂੰ ਮੂੰਹ ਦੀ ਖਾਣੀ ਪੈ ਗਈ। ਜਾਣੀ ਕਿ ਕੱਲ ਦੇ ਉਸ ਪ੍ਰੋਟੈਸਟ ਦੇ ਦਬਾਅ ਆਉਂਦੇ ਦਿਨਾਂ ਦੇ ਅੰਦਰ ਰੰਗ ਲੈ ਕੇ ਆਉਣੇ ਨੇ। ਤਾਂ ਤੁਹਾਡੇ ਕੋਲ ਨੇ ਜਿੱਤ ਵਾਲੇ ਪਾਸੇ ਵਧਣਾ ਤੇ ਇਸ ਆਸ ਦੇ ਨਾਲ ਆਪਾਂ ਅੱਜ ਗੱਲ ਨੂੰ ਸਮਾਪਤ ਕਰਾਂਗੇ ਉਰੇ ਤੇ ਇਹਨਾਂ ਆਰਥੀਆਂ ਨੂੰ ਅਗਨੀ ਦੇਵਾਂਗੇ ਤੇ ਇੱਥੋਂ ਇੱਕ ਐਲਾਨ ਕਰਾਂਗੇ ਕਿ ਜੇ ਸਰਕਾਰ ਇਸ ਤਰ੍ਹਾਂ ਜ਼ਬਰ ਦਾ ਉਹ ਜਿਹੜਾ ਕਹਾੜਾ ਬਹਾਉਣ ਲੱਗੀ ਹੈ, ਜਿਹੜੀ ਨੀਤੀ ਤੇ ਚੱਲ ਰਹੀ ਹੈ, ਜੇ ਬਾਹਰ ਨਾ ਆਈ ਤਾਂ ਜਥੇਬੰਦੀਆਂ ਆਉਂਦੇ ਦਿਨਾਂ ਦੇ ਵਿੱਚ ਆਹ ਬਿਮਾਰੀ ਦੇ ਚੱਲਦੇ ਵੀ ਹੋਰ ਸੰਘਰਸ਼ਾਂ ਨੂੰ ਤਿੱਖਾ ਕਰ ਸਕਦੀਆਂ ਨੇ। ਕਿਉਂਕਿ ਰਾਜ ਕਰਦੀ ਸਰਕਾਰ ਨੂੰ ਇਹ ਭੁਲੇਖੇ ਨੇ ਜਿਹੜੇ ਹਰਿਆਣੇ ਦੇ ਨੂੰ, ਉਹਨਾਂ ਦੇ ਭੁਲੇਖੇ ਕੱਢਣ ਵਾਸਤੇ ਯੋਜਨਾਬੰਦੀਆਂ ਬਣਾਈਆਂ ਜਾਣਗੀਆਂ। ਸੋ ਆਓ ਦੇਸ਼ ਦੇ ਕਿਸਾਨ ਵੀਰੋ, ਐਸੇ ਤਰ੍ਹਾਂ ਹੀ ਜਦੋਂ ਕਿਸੇ ਪਾਸੇ ਸਾਡੇ ਤੇ ਕੋਈ ਮਾਰ ਪੈਂਦੀ ਹੈ, ਤੁਸੀਂ ਭਮੂਕੇ ਵਾਂਗੂ ਖੜੇ ਹੋ ਕੇ ਜਾਬਤੇ ਦੇ ਨਾਲ ਸਰਕਾਰਾਂ ਦੇ ਉਸ ਜ਼ਬਰ ਦਾ ਜਵਾਬ ਦੇਣਾ ਹੈ। ਕਿਉਂਕਿ ਸਾਡੇ ਗੁਰੂ ਸਾਹਿਬਾਨ, ਸਾਡੇ ਭਗਤ ਸਰਾਭੇ, ਕਦਰੀ ਬਾਬੇ ਇਤਿਹਾਸ ਦੱਸਦਾ ਸਾਡਾ ਕਿ ਉਹ ਸਾਡੀ ਅਗਵਾਈ ਕਰਨ ਵਾਲੇ ਐਵੇਂ ਇਹਨਾਂ ਦਾ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਦੇ ਆਏ ਨੇ। ਸੋ ਸਾਰੇ ਸਾਥੀਆਂ ਦਾ मैं धन्यवाद करदा ते अपनी गल समाप्त कर। मेरी मातृशक्ति जो हमारी माता बहनों का हरियाणा वाले जो अपने पुलिसकर्मी हैं जिन्होंने लाठी चलाई है, वे उन्हीं की माँ बहन है, उनने भी जन्म लिया है। वे ठीक है अबरदीन बंधे हुए हैं। अरे भाइयों तुम तो एक देख ले सरकार कितनी वो निकम्मी सरकार है, और जो हमारे पास सुगौर हमारी मातृशक्ति है। और पहल की बात नहीं, आज हरियाणा का नौजवान जाग चुका है। खट्टर सरकार इस कोरोना काल में हमारे लिए 30 रुपया बंडल और 100 सब्जी सबके महंगी कर दी है, और ऑक्सीजन सिलेंडर महंगे कर दिए, और आप उद्घाटन करने के लिए जा रहे हैं। उद्घाटन ऐसे कोरोना काल में किसने बोले आपको उद्घाटन करने के लिए? क्या हमारे राजा नहीं, जो आप जुल्म डाल रहे हो, ये जुल्म सहन नहीं करेंगे हम, इसका बदला लेकर रहेंगे हम। जितनी मातृशक्ति पर लाठी पड़ी है और जितने भाइयों का कतौ पड़े हैं, यह हम ऐलान करते हैं, आप पूरा हरियाणा पंजाब के साथ है। और अगर आप ले चाल चलिए कि हरियाणा वाले पर लाठी चला देंगे, पंजाब खदेड़ देंगे, लाठी हम सहेंगे। वो महात्मा गांधी वाला जमाना चाह लिया, वो महात्मा गांधी जमा लिया, इस मुंह पर खाया, इस मुंह पर मारने के आगे कर दिया। अब भगत सिंह हरे हरियाणा में बात आगे कर मैं कि पंजाब वाला ने हमारे को सिखा दिया। जय जवान, जय जवान, जिंदाबाद 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 जिंदाबाद। एक भैणों नूं ते भरावां नूं बेनती है, सारे जाने दूरी बना लो। आर्थिਕਾਂ ਨੂੰ ਆਪਾਂ ਹੁਣ ਲਾਂਬੂ ਲਾਉਣਾ ਦੋਨੇ ਸਰਕਾਰਾਂ ਨੂੰ ਕਰਕੇ, ਕਿਉਂਕਿ ਗਰਮੀ ਬਹੁਤ ਜ਼ਿਆਦਾ। ਪਹਿਲੇ ਆਰਥਿਕਾਂ ਦੇ ਨੇੜੇ ਕੋਈ ਘਟਣਾ ਨਾ ਕੋਈ ਇਹੋ ਜਿਹੀ ਕਿਸਮ ਦੀ ਲੱਗ ਜਾਵੇ, ਸਾਰੇ ਜਾਣੇ ਦੂਰੀ ਬਣਾ ਦਿਓ। ਹੁਣ ਮੈਂ ਬੇਨਤੀ ਕਰਦਾ ਸਾਡੇ ਜਿਹੜੇ ਗੁਰਦੁਆਰੇ ਬੰਦੇ ਲਾਈਵ ਕਰੋ, ਲਾਈਵ ਦੂਰੀ ਬਣਾ ਲਓ, ਦੂਰੀ ਨਾਲ ਭਾਈਆਂ ਨੂੰ ਬੇਨਤੀ ਨੇੜੇ ਜਾ ਕੇ
ਮਿੰਟ ਆਪਦਾ ਪ੍ਰੋਗਰਾਮ ਕਰਨ ਜਿਹੜਾ ਕਰਦੇ ਹੁੰਦੇ ਆ ਜਲਦੀ ਹੋਵੇ ਸਿਆਪਾ ਕਰਨ ਵਾਲੀਆਂ ਮਿੱਟੀਆਂ ਆ ਜਾਓ ਜਿਹੜੀਆਂ ਸਿਆਪਾ ਕਰਦੇ ਇਹਨਾਂ ਦਾ ਗੱਲ ਕਰਦੇ ਸਭ ਸਿਆਪਾ ਕਰੋ ਜਿੰਨੇ ਵੀ ਵਲੰਟੀਅਰ ਆ ਉਹਨਾਂ एक मिनट यार थोड़ी साइड साइड हो जा ਕੇਂਦਰ ਦੀ ਮੁਰਦਾਬਾਦ ਹਰਿਆਣਾ ਦੀ ਪੁੱਛੜ ਸਰਕਾਰ ਮੁਰਦਾਬਾਦ ਭਾਰਤ ਦਾ ਲਟੇਰਾ ਰਾਜ ਪ੍ਰਬੰਧ ਮੁਰਦਾਬਾਦ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ ਲੋਕ ਵਿਰੋਧੀ ਸਾਰੇ ਕਾਲੇ ਕਾਨੂੰਨ ਰੱਦ ਕਰੋ ਸਰਕਾਰਾਂ ਤੋਂ ਨਾ ਚਾਕ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਕੱਲੇ ਕੱਲੇ ਮੋਰ ਨਾ ਖਾਓ ਸੜਕਾਂ ਤੇ ਕੁੱਟੀਆਂ ਮਾਵਾ ਪੈਣਾ ਪੁੱਛੜੋ ਕਰਜ਼ੇ ਚੁਕਾਉਣਾ ਪੈਣਾ ਸੜਕਾਂ ਤੇ ਕੁੱਟੀਆਂ ਮਾਵਾ ਪੈਣਾ ਸੜਕਾਂ ਤੇ ਕੁੱਟੀਆਂ ਮਾਵਾ ਪੈਣਾ ਜਦ ਤੱਕ ਕੋਈ ਦੁਖੀ ਕਿਸਾਨ ਰਹੇਗਾ ਧਰਤੀ ਤੇ ਕਿਸਾਨ ਰਹੇਗਾ ਜਦ ਤੱਕ ਦੁਖੀ ਕਿਸਾਨ ਰਹੇਗਾ ਜਦ ਤੱਕ ਦੁਖੀ ਕਿਸਾਨ ਰਹੇਗਾ ਭਾਰਤ ਦੇ ਕਿਸਾਨਾਂ ਦਾ ਏਕਾ ਜਿੰਦਾਬਾਦ 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 हरियाणा यूपी राजस्थान के किसानों का ਏਕਾ दो लाइन में हिंदी में बता देंगे क्या लाइव चला रहा है एक चैनल पर लोगों बात जी ये क्या मामला है किस तरीके का आज यहाँ पर आपने जो आज का ये अर्थी फूक जो मुजाहरा किया जा रहा है एक काला की एक घटना घटी थी हरियाणा के हिसार जिले में खट्टर सरकार ने किसानों पे लाठी और गोली और अथरू गैस के गोले दागे थे उनके विरोध में क्योंकि उन किसानों ने खट्टर का कल जो हिसार का दौरा था उन दौरे का विरोध किया था क्योंकि फैसला किया हुआ था हमारा कि जो भाजपा के नेता देश में प्रदेश में अपना गेड़ा लगाएंगे उनका हम विरोध करेंगे संयुक्त मोर्चे का ऐलान था उस ऐलान के तहत हरियाणा के लोगों ने खट्टर सरकार का जबरदस्त विरोध किया उन विरोध करने के बाद सरकार ने उन पर जो लाठी गोली जो अथरू गैस के गोले उन पे दागे उनके गोलियों के साथ हमारे जो किसान थे बहुत सारे जख्मी हुए उनके गोली भी लगी लाठी भी लगी उनके पक्ष में हम सब एक हैं केंद्र सरकार के और खट्टर सरकार के विरोध में हम आज हरियाणा के उस बहनों भाइयों के पक्ष में अपने संयुक्त मोर्चे के सद्दे को कामयाब करने के लिए सभी देश के लोगों का और एक मजबूत करने के लिए प्रोटेस्ट किया है केंद्र सरकार को चेतावनी दी है कि हम जबर से डरने वाले नहीं आने दिनों में हम सभी लोग एक होकर केंद्र सरकार के इन जबर का इन हल्लों का जवाब देंगे हम झुकेंगे नहीं जो आज अपना प्रोग्राम लिखा हुआ जी भाई आप प्रोग्राम कर चुके हैं कार्यक्रम है इसके बारे में आप क्या भी नारे मारते हैं आप अपने कैंपा चले गए लाठी चार्ज किया है संगरूर जिले की बारी है संगरूर जिले का विरोध कर रहे हैं किसानों पर बहनों पर महिलाओं पर बहुत लाठीचार्ज किया है आंसू गए दमन किया उसका विरोध करने के लिए उनकी आज दुष्यंत चौटाला के खट्टर साहब ने उनके तो ये बहुत ही मैं यहाँ के बहुत प्रभावित हूँ इस जाब्ते को जनता में बहुत जोश है बहुत गुस्सा है बहुत आक्रोश है वो सरकारों को समझ लेना चाहिए और अपना इन बातों से बचना चाहिए दमन से और किसानों की बात सुननी चाहिए। ये अवतार सिंह जी किसान नेता हैं आप इस पूरी घटना के बारे में अपने बयान दीजिए। कल जिस प्रकार से खट्टर सरकार ने किसानों पर लाठियां चलाई हैं उसका मैं विरोध करता हूं और उनकी इस नीति का खंडन करता हूं कि उन लोगों को इस तरह की नीति किसानों के प्रति नहीं बनानी चाहिए। आज पूरे देश में इस घटना के प्रति किसानों में रोष है और उसका एक आज आप यहाँ पे एक उदाहरण देख रहे हैं पकौड़ा चौक पर और यहाँ पर जो
भाषण हुए हैं उसमें लोगों ने कहा है कि पूरे हम इस सरकार का विरोध करेंगे और अगली बार इस सरकार का कहीं नामो निशान नहीं रहेगा पूरे देश में। तो इसलिए इस सरकार को समझ लेना चाहिए कि स्प्रिंग को दबाने पर स्प्रिंग में ताकत इकट्ठा होती है, जब उसको मौका मिलता है तो स्प्रिंग जो है अपनी शक्ति का प्रदर्शन करता है। इसी तरह से आज जनता जो है स्प्रिंग की तरह एक उसमें ताकत भरी हुई है और यदि इसको और दबाने की कोशिश की गई तो बहुत भारी विस्फोट होगा, जिसके जिम्मेदार ये केंद्र सरकार, राज्य सरकार है।